ਹੈਲੋ ਬੱਚੇ, ਆਈ ਐਮ ਯੂਰ ਟੀਚਰ ਡਾਕਟਰ ਸਤਿੰਦਰ ਕੌਰ ਤੇ ਇਸ ਲੈਕਚਰ ਦੇ ਵਿੱਚ ਆਪਾਂ ਲੈਂਡ ਰਿਫਾਰਮਸ ਬਾਰੇ ਗੱਲ ਕਰਾਂਗੇ। ਲੈਂਡ ਰਿਫਾਰਮਸ ਜਿਹੜੇ ਨੇ ਉਹ ਸੁਧਾਰ ਨੇ ਜਿਹੜੇ ਕਿ ਲੈਂਡ ਨਾਲ ਰਿਲੇਟਡ ਨੇ, ਜਿਹੜੇ ਟਾਈਮ ਆਫਟਰ ਟਾਈਮ ਗਵਰਨਮੈਂਟ ਨੇ ਕੀਤੇ ਨੇ ਤਾਂ ਕਿ ਐਗਰੀਕਲਚਰ ਲੈਵਲ ਦੇ ਉੱਤੇ ਤੇ ਕਿਸਾਨਾਂ ਨੂੰ ਤੇ ਹਰ ਵਰਗ ਜਿਹੜਾ ਕਿ ਕਿਸਾਨੀ ਨਾਲ ਜੁੜਿਆ ਹੋਇਆ, ਜ਼ਮੀਨ ਨਾਲ ਜੁੜਿਆ ਹੋਇਆ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ। ਸੋ ਇਸ ਦੇ ਵਿੱਚ ਕਈ ਤਰ੍ਹਾਂ ਦੇ ਰਿਫਾਰਮਸ ਆਉਂਦੇ ਨੇ। ਇਹਦੇ ਵਿੱਚ ਸਭ ਤੋਂ ਪਹਿਲਾ ਰਿਫਾਰਮ ਜਿਹੜਾ ਹੈ ਉਹ ਆਉਂਦਾ ਜ਼ਮੀਂਦਾਰੀ ਪ੍ਰਥਾ ਦਾ ਖਾਤਮਾ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਲੈਂਡ ਟੂ ਦਾ ਟਿੱਲਰ ਦੀ। ਟਿੱਲਰ ਹੁੰਦਾ ਹੈ ਕਿ ਜਿਸ ਦੀ ਆਪਣੀ ਜ਼ਮੀਨ ਨਹੀਂ ਹੁੰਦੀ ਪਰ ਜਿਹੜਾ ਕਿ ਗਹਿਣੇ ਤੇ ਖੇਤੀ ਕਰਦਾ ਹੈ, ਮਤਲਬ ਕਿ ਰੈਂਟ ਦੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਤੇ ਉਸ ਨੂੰ ਥੋੜੇ ਜਿਹੇ ਅਧਿਕਾਰ ਦਿੱਤੇ ਗਏ ਗਵਰਨਮੈਂਟ ਦੇ ਵੱਲੋਂ। ਇਸ ਤੋਂ ਇਲਾਵਾ ਕੁਝ ਹੋਰ ਸੁਧਾਰ ਜਿਵੇਂ ਕਿ ਸੀਲਿੰਗ ਔਨ ਲੈਂਡ ਹੋਲਡਿੰਗ, ਕੰਸੋਲੀਡੇਸ਼ਨ ਆਫ ਲੈਂਡ ਹੋਲਡਿੰਗ, ਇਹ ਆਪਾਂ ਅੱਗੇ ਵਿਸਥਾਰ ਚ ਕਰਾਂਗੇ ਕਿ ਇਹ ਕੀ ਸੁਧਾਰ ਸੀ। ਸੋ ਇਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੈ ਇਸ ਆਬਜੈਕਟਿਵ ਸੀਗਾ ਕਿ ਫਾਰਮਰਸ ਦਾ ਜੀਵਨ ਪੱਧਰ ਉੱਚਾ ਹੋਏ, ਖੇਤੀਬਾੜੀ ਤੋਂ ਆਉਣ ਵਾਲੀ ਆਮਦਨ ਵਧੇ, ਪ੍ਰੋਡਕਸ਼ਨ ਵਧੇ, ਪ੍ਰੋਡਕਟਿਵਿਟੀ ਵਧੇ, ਗਰੀਬ ਬੰਦਿਆਂ ਨੂੰ ਫਾਇਦਾ ਹੋਵੇ ਤੇ ਦੇਸ਼ ਦੇ ਵਿੱਚ ਐਗਰੀਕਲਚਰ ਦਾ ਹੋਰ ਵਿਕਾਸ ਪੋਸੀਬਲ ਹੋ ਸਕੇ। ਸੋ ਪਹਿਲਾ ਲੈਂਡ ਰਿਫਾਰਮ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਉਹ ਹੈ ਅਬੋਲਿਸ਼ਨ ਆਫ ਜ਼ਮੀਂਦਾਰੀ ਸਿਸਟਮ, ਜ਼ਮੀਂਦਾਰੀ ਪ੍ਰਥਾ ਦਾ ਖਾਤਮਾ। ਸੋ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਆਜ਼ਾਦੀ ਤੋਂ ਪਹਿਲੇ ਜਿਹੜੇ ਸੀ ਬ੍ਰਿਟਿਸ਼ ਗਵਰਨਮੈਂਟ ਨੇ ਜਿਹੜੇ ਨੇ ਤਿੰਨ ਤਰ੍ਹਾਂ ਦੇ ਜਿਹੜੇ ਨੇ ਸਿਸਟਮ ਬਣਾਏ ਸੀਗੇ, ਜ਼ਮੀਂਦਾਰੀ ਪ੍ਰਥਾ, ਰੋਇਤਵਾੜੀ ਪ੍ਰਥਾ ਤੇ ਮਹਿਲਵਾੜੀ ਪ੍ਰਥਾ। ਤਿੰਨਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਤਿੰਨਾਂ ਦੇ ਵਿੱਚ ਕਿਸਾਨ ਜਿਹੜਾ ਹੈ ਉਹ ਭੂਮੀ ਕਰ ਗਵਰਨਮੈਂਟ ਨੂੰ ਲੈਂਡ ਰੈਵਨਿਊ ਪੇ ਕਰਦਾ ਸੀ, ਜੋ ਕਿ ਬਹੁਤ ਭਾਰੀ ਮਾਤਰਾ ਦੇ ਵਿੱਚ ਸੀ। ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਜ਼ਮੀਂਦਾਰੀ ਸਿਸਟਮ ਸੀ ਉਹਦੇ ਵਿੱਚ ਜ਼ਮੀਂਦਾਰ ਬਣਾਏ ਗਏ ਸੀਗੇ ਜਿਹੜੇ ਕਿ ਮਿਡਲਮੈਨ ਸੀਗੇ ਸਰਕਾਰ ਦੇ ਵਿੱਚ, ਬ੍ਰਿਟਿਸ਼ ਗਵਰਨਮੈਂਟ ਦੇ ਵਿੱਚ ਤੇ ਲੋਕਾਂ ਦੇ ਵਿੱਚ। ਸੋ ਜਿਹੜੇ ਇਹ ਜ਼ਿੰਮੇਦਾਰ ਸੀਗੇ ਇਹਨਾਂ ਨੇ ਟਾਈਮ ਆਫਟਰ ਟਾਈਮ ਕਿਸਾਨਾਂ ਨੂੰ ਲੁੱਟ ਕੇ ਜਿਹੜਾ ਹੈ ਬਹੁਤ ਸਾਰੀ ਆਪਣੇ ਨਾਮ ਦੇ ਉੱਤੇ ਜ਼ਮੀਨ ਕਰ ਦਿੱਤੀ ਗਈ ਸੀ। ਸੋ ਗਵਰਨਮੈਂਟ, ਇੰਡੀਪੈਂਡੈਂਟ ਗਵਰਨਮੈਂਟ ਦੇ ਟਾਈਮ ਦੇ ਉੱਤੇ, ਉਸ ਟਾਈਮ ਦੇ ਉੱਤੇ ਇਹ ਇੱਕ ਵੱਡਾ ਚੈਲੰਜ ਸੀਗਾ ਕਿ ਇਹ ਜ਼ਮੀਂਦਾਰਾਂ ਤੋਂ ਜਿਹੜੀ ਵਾਧੂ ਜ਼ਮੀਨ ਹੈ, ਕਿਉਂਕਿ ਬਹੁਤ ਵੱਡੇ ਅਮੀਰ ਲੋਕ ਬਣ ਚੁੱਕੇ ਨੇ, ਇਹਨਾਂ ਤੋਂ ਕਿਸ ਤਰੀਕੇ ਦੇ ਨਾਲ ਲਈ ਜਾਵੇ। ਸੋ ਪੂਰੇ ਇੰਡੀਆ ਦੇ ਵਿੱਚ ਜੰਮੂ ਤੇ ਕਸ਼ਮੀਰ ਨੂੰ ਛੱਡ ਕੇ ਇੱਕ ਲਾ ਪਾਸ ਕੀਤਾ ਗਿਆ ਕਿ ਇੱਕ ਗਵਰਨਮੈਂਟ ਨੇ ਇਨੀਸ਼ੀਏਟਿਵ ਲਿਆ ਕਿ ਜਿਹੜੇ ਨੇ ਜ਼ਮੀਂਦਾਰਾਂ ਦੇ ਜਿਹੜੇ ਓਨਰਸ਼ਿਪ ਰਾਈਟ ਨੇ ਜਿਹੜੇ ਇਹਨਾਂ ਤੋਂ ਲੈ ਲਏ ਜਾਣ। ਸੋ ਇਹਨਾਂ ਤੋਂ ਜਿਹੜੀ ਵੀ ਵਾਧੂ ਜ਼ਮੀਨ ਸੀ ਜਿਹੜੀ ਇਹਨਾਂ ਨੇ ਐਕਵਾਇਰ ਕੀਤੀ ਹੋਈ ਸੀਗੀ, ਜ਼ਬਤ ਕੀਤੀ ਹੋਈ ਸੀ, ਉਹ ਇਹਨਾਂ ਤੋਂ ਵਾਪਿਸ ਲੈ ਲਈ ਗਈ। ਵਾਪਿਸ ਐਵੇਂ ਹੀ ਨਹੀਂ ਲਈ ਗਵਰਨਮੈਂਟ ਨੇ ਕਿ ਹਾਂ ਵੀ ਲੁੱਟ ਖਸੁੱਟ ਕਰਕੇ ਜਾਂ ਧੱਕੇ ਨਾਲ ਲਾਅ ਪਾਸ ਕਰ ਦਿੱਤਾ। ਗਵਰਨਮੈਂਟ ਨੇ ਬਕਾਇਦਾ ਉਹਨਾਂ ਨੂੰ ਉਹਨਾਂ ਦੀ ਜੋ ਜ਼ਮੀਨ ਦਾ ਹੱਕ ਸੀਗਾ, ਜਿੰਨੇ ਕੁ ਪੈਸੇ ਬਣਦੇ ਸੀਗੇ ਉਹਨਾਂ ਨੂੰ ਦੇ ਦਿੱਤੇ ਗਏ, ਉਹਨਾਂ ਨੂੰ ਕੰਪੋਜੀਸ਼ਨ ਦੇ ਦਿੱਤੀ ਗਈ। ਕੰਪਨਸੇਸ਼ਨ ਦੇਣ ਦੇ ਵਿੱਚ ਇਹ ਨਹੀਂ ਸੀ ਕਿ ਸਾਰੇ ਦੇ ਸਾਰੇ ਪੈਸੇ ਉਹਨਾਂ ਨੂੰ ਇਕੱਠੇ ਦੇ ਦਿੱਤੇ ਗਏ। ਇੱਕ ਜ਼ਮੀਂਦਾਰੀ ਅਬੋਲਿਸ਼ਨ ਫੰਡ ਬਣਾਇਆ ਗਿਆ ਜਿਹਦੇ ਵਿੱਚ ਇਹ ਗੱਲ ਕੀਤੀ ਗਈ ਕਿ ਇਹਨਾਂ ਨੂੰ 30 ਸਾਲਾਂ ਦੇ 10 ਤੋਂ 30 ਸਾਲਾਂ ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਹੈ ਜ਼ਮੀਂਦਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਹੈ ਕਿਸ਼ਤਾਂ ਦੇ ਰੂਪ ਵਿੱਚ, ਜਿਹਨੂੰ ਆਪਾਂ ਬੌਂਡ ਕਹਿੰਦੇ ਆ, ਬੌਂਡ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇ ਦਿੱਤਾ ਜਾਏਗਾ। ਦੂਜਾ ਆਬਜੈਕਟਿਵ ਸੀਗਾ ਕਿ ਇਹ ਜ਼ਮੀਂਦਾਰਾਂ ਤੋਂ ਜ਼ਮੀਨ ਨੂੰ ਲੈ ਕੇ ਕਿਸਾਨ ਨੂੰ ਜ਼ਮੀਨ ਦਿੱਤੀ ਜਾਵੇ। ਸੋ ਇਹ ਆਬਜੈਕਟਿਵ, ਅਗਲਾ ਆਬਜੈਕਟਿਵ ਬਣ ਗਿਆ ਕਿ ਇੱਕ ਤਾਂ ਕਿਸਾਨਾਂ ਤੱਕ ਇਹ ਜ਼ਮੀਨ ਪਹੁੰਚੇ ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਹੈ। ਦੂਸਰੀ ਇੱਕ ਕਾਮਨ ਲੈਂਡ ਜਿਹਨੂੰ ਕਹਿੰਦੇ ਹੋ, ਪਿੰਡ ਦੀ ਪੰਚਾਇਤ ਦੀ ਇੱਕ ਕਾਮਨ ਲੈਂਡ, ਜਿੱਥੇ ਜਿਹੜੀ ਸਾਂਝੀ ਪਿੰਡ ਦੀ ਸਾਰਿਆਂ ਦੀ ਸਾਂਝੀ ਭੂਮੀ ਹੋਵੇ, ਜਿਵੇਂ ਸੱਥ ਹੁੰਦੀ ਹੈ ਹਨਾ, ਜਿਵੇਂ ਸਾਰਿਆਂ ਦੀ ਸਾਂਝੀ ਭੂਮੀ ਹੋਵੇ, ਉਹ ਜ਼ਮੀਨ ਜਿਹੜੀ ਹੈ ਪਿੰਡਾਂ ਦੇ ਨਾਮ ਦੇ ਉੱਤੇ ਕੀਤੀ ਗਈ। ਇਹਦਾ ਫਾਇਦਾ ਇਹ ਹੋਇਆ ਕਿ ਐਗਰੀਕਲਚਰ ਦੀ ਪ੍ਰੋਡਕਸ਼ਨ 'ਚ ਬਹੁਤ ਵਾਧਾ ਹੋਇਆ, ਕਿਉਂਕਿ ਇੱਕ ਵੱਡਾ ਜਿਹੜਾ ਹਿੱਸਾ ਸੀਗਾ ਲੈਂਡ ਦਾ ਰੈਵਨਿਊ ਦਾ ਉਹ ਜ਼ਮੀਂਦਾਰਾਂ ਦੇ ਕੋਲ ਚਲਾ ਜਾਂਦਾ ਸੀ, ਜਾਂ ਜ਼ਮੀਂਦਾਰਾਂ ਨੇ ਬਹੁਤ ਲੁੱਟ ਖਸੁੱਟ ਕੀਤੀ ਹੋਈ ਸੀਗੀ ਓਵਰ ਦਾ ਪੀਰੀਅਡ ਆਫ ਟਾਈਮ ਕਿਸਾਨਾਂ ਦੀ। ਸੋ ਸ਼ੋਸ਼ਣ ਹੋਣਾ ਬੰਦ ਹੋ ਗਿਆ। ਸੋ ਬੱਚੇ ਜਿਹੜਾ ਦੂਜਾ ਰਿਫਾਰਮ ਸੀਗਾ ਉਹ ਸੀਗਾ ਟੈਨੈਂਸੀ ਰਿਫਾਰਮ। ਟੈਨੈਂਸੀ ਰਿਫਾਰਮ ਮਤਲਬ ਕਿ ਜਿਹੜੇ ਲੋਕ, ਜਿਹੜੇ ਕਿਸਾਨ ਰੈਂਟ ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਨੇ ਉਹਨਾਂ ਦਾ ਕੀ ਕੀਤਾ ਜਾਏ, ਕਿਉਂਕਿ ਉਹ ਇਨਸਿਕਿਉਰ ਸੀਗੇ। ਉਹਨਾਂ ਨੂੰ ਕਦੇ ਵੀ ਮਾਲਕ ਕਹਿ ਦਿੰਦੇ ਸੀਗੇ ਕਿ ਹਾਂ ਵੀ ਤੁਸੀਂ ਜ਼ਮੀਨ ਨੂੰ ਖਾਲੀ ਕਰ ਦਿਓ, ਸਾਨੂੰ ਕੋਈ ਹੋਰ ਮਿਲ ਗਿਆ ਜਾਂ ਕੁਝ। ਉਹ ਇਨਸਿਕਿਉਰ ਸੀ। ਇਨਸਿਕਿਉਰਿਟੀ ਨੂੰ ਦੂਰ ਕਰਨ ਦੀ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਟੈਨੈਂਸੀ ਰਿਫਾਰਮਸ ਨੂੰ ਇੰਡੀਆ ਵਿੱਚ ਇੰਟਰੋਡਿਊਸ ਕਰਕੇ। ਸੋ ਸਭ ਤੋਂ ਪਹਿਲੇ ਜਿਹੜਾ ਗਵਰਨਮੈਂਟ ਨੇ ਰਿਫਾਰਮ ਕੀਤਾ ਟੈਨੈਂਸੀ ਰਿਫਾਰਮ, ਉਹਦੇ ਵਿੱਚ ਰੈਗੂਲੇਸ਼ਨ ਆਫ ਰੈਂਟ ਕੀਤਾ। ਪਹਿਲੇ ਕੀ ਹੁੰਦਾ ਸੀਗਾ ਕਿ 50 ਤੋਂ 75% ਜਿਹੜਾ ਸੀ ਟੋਟਲ ਪ੍ਰੋਡਕਸ਼ਨ ਦਾ ਹਿੱਸਾ ਜਿਹੜਾ ਸੀ ਉਹ ਮਾਲਕ ਨੂੰ, ਜ਼ਮੀਨ ਦੇ ਮਾਲਕ ਨੂੰ ਦੇ ਦਿੱਤਾ ਜਾਂਦਾ ਸੀ। ਗਵਰਨਮੈਂਟ ਨੇ ਇੱਕ ਲਾਅ ਪਾਸ ਕੀਤਾ, ਰੂਲ ਪਾਸ ਕੀਤਾ, ਫਿਕਸੇਸ਼ਨ ਕੀਤੀ ਗਈ ਮੈਕਸਿਮਮ ਰੈਂਟ ਦੀ ਕਿ ਇਹ 25 ਤੋਂ 30% ਜਾਂ 35% ਤੱਕ ਹੀ ਹੋਏਗਾ। ਦੈਟ ਇਜ਼ ਇਟ ਵਾਸ ਬਿਟਵੀਨ 25% ਤੋਂ 33.33% ਤੱਕ ਸੀ। ਇੱਕ ਫਿਕਸੇਸ਼ਨ ਕਰ ਦਿੱਤੀ ਗਈ
ਵੀ ਇਸ ਤੋਂ ਵੱਧ ਜਿਹੜਾ ਹੈ ਰੈਂਟ ਜਿਹੜਾ ਹੈ ਥਰੂ ਆਊਟ ਦਾ ਇੰਡੀਆ ਨਹੀਂ ਹੋਏਗਾ। ਹਾਂ, ਇਹ ਥੋੜਾ ਬਹੁਤ ਸਟੇਟ ਟੂ ਸਟੇਟ ਵੇਰੀ ਵੀ ਕਰਦਾ ਸੀ। ਫਿਰ ਇਸ ਤੋਂ ਬਾਅਦ ਦੂਜਾ ਰਿਫਾਰਮ ਕੀਤਾ ਕਿ ਸਿਕਿਉਰਿਟੀ ਦਿੱਤੀ ਗਈ ਟੈਨਿਓਰ ਨੂੰ ਮੁਜਾਰੇ ਨੂੰ ਇਹ ਹੱਕ ਦਿੱਤਾ ਗਿਆ ਕਿ ਉਹ ਕਦੀ ਵੀ ਕਿਸੇ ਵੀ ਗੱਲ ਦੇ ਲਈ ਜੇਕਰ ਜ਼ਮੀਨ ਦਾ ਮਾਲਕ ਉਸਨੂੰ ਜ਼ਮੀਨ ਤੋਂ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕੋਰਟ ਵਿੱਚ ਜਾ ਸਕਦਾ ਹੈ, ਆਪਣੇ ਹੱਕ ਦੇ ਲਈ ਲੜ ਸਕਦਾ ਹੈ। ਸੋ ਪਹਿਲਾ ਸਟੈਪ ਗਵਰਨਮੈਂਟ ਨੇ ਜਿਹੜਾ ਹੈ ਫਿਕਸੇਸ਼ਨ ਆਫ ਰੈਂਟ ਕੀਤਾ। ਦੂਜਾ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਕਿ ਉਹ ਲਾਅ ਨੂੰ ਯੂਜ਼ ਕਰ ਸਕਦੇ ਆ, ਕੋਰਟ ਨੂੰ ਯੂਜ਼ ਕਰ ਸਕਦੇ ਆ। ਫਿਰ ਗਵਰਨਮੈਂਟ ਦਾ ਆਬਜੈਕਟਿਵ ਸੀਗਾ ਕਿ ਜ਼ਮੀਨ ਜਿਹੜੀ ਹੈ ਜ਼ਮੀਨ ਮੁਜ਼ਾਰਿਆਂ ਤੱਕ, ਟੈਨੈਂਟਸ ਤੱਕ ਪਹੁੰਚੇ। ਉਸ ਦੇ ਲਈ ਗਵਰਨਮੈਂਟ ਨੇ 124 ਲੱਖ ਮੁਜ਼ਾਰਿਆਂ ਨੂੰ ਪੂਰੇ ਦੇਸ਼ ਦੇ ਵਿੱਚ 124 ਲੱਖ ਟੈਨੈਂਟਸ ਨੂੰ ਜਿਹੜੇ ਲੈਂਡ ਹੋਲਡਿੰਗ ਦੇ ਰਾਈਟਸ ਵੀ ਪ੍ਰੋਵਾਈਡ ਕੀਤੇ। ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਅਧਿਕਾਰ ਦਿੱਤਾ ਗਿਆ ਕਿ ਚਾਹੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਰੈਂਟਡ ਹੈ, ਪਰ ਫਿਰ ਵੀ ਉਹ ਟਾਈਮ ਆਫਟਰ ਟਾਈਮ ਉਸ ਜ਼ਮੀਨ ਦੇ ਉੱਤੇ ਇੰਪਰੂਵਮੈਂਟਸ ਕਰ ਸਕਦੇ ਨੇ। ਸੋ ਇਹ ਸੀ ਪਹਿਲੇ ਦੋ ਸੁਧਾਰ, ਜ਼ਮੀਂਦਾਰੀ ਸਿਸਟਮ ਦਾ ਖਾਤਮਾ, ਦੂਸਰਾ ਸੀ ਟੈਨੈਂਸੀ ਰਿਫਾਰਮਸ। ਹੁਣ ਆਪਾਂ ਤੀਜੇ ਸੁਧਾਰ ਦੀ ਗੱਲ ਕਰਾਂਗੇ, ਦੈਟ ਇਜ਼ ਅ ਸੀਲਿੰਗ ਔਨ ਲੈਂਡ ਹੋਲਡਿੰਗ, ਜ਼ਮੀਨ ਦੀ ਹੱਦਬੰਦੀ। ਜ਼ਮੀਨ ਦੀ ਹੱਦਬੰਦੀ ਦਾ ਮਤਲਬ ਇਹ ਹੈ ਕਿ ਕਿਸਾਨ, ਇਹ ਨਹੀਂ ਕਿ ਕਿਸੇ ਵੀ ਕਿਸਾਨ ਤੋਂ ਕਿੰਨੀ ਵੀ ਜ਼ਮੀਨ ਹੋਏਗੀ, ਕਿਸਾਨਾਂ ਨੂੰ ਜ਼ਮੀਨ ਦੀ ਹੋਲਡਿੰਗ ਦੇ ਰਾਈਟਸ ਦਿੱਤੇ ਗਏ ਕਿ ਕਿਸੇ ਵੀ ਕਿਸਾਨ ਤੋਂ ਇਸ ਲਿਮਿਟ ਤੋਂ ਵੱਧ ਜ਼ਮੀਨ ਜਿਹੜੀ ਹੈ ਨਹੀਂ ਹੋਣੀ ਚਾਹੀਦੀ। ਜੇ ਕਿਸੇ ਵੀ ਕਿਸਾਨ ਤੋਂ ਇਸ ਜ਼ਮੀਨ ਲੈਵਲ ਤੋਂ ਵੱਧ ਜ਼ਮੀਨ ਹੋਵੇ, ਜੋ ਵੀ ਗਵਰਨਮੈਂਟ ਨੇ ਲੈਵਲ ਦਿੱਤੇ, ਅਲੱਗ-ਅਲੱਗ ਦੇਸ਼ ਦੀਆਂ ਅਲੱਗ-ਅਲੱਗ ਸਟੇਟਸ ਦੇ ਵਿੱਚ ਅਲੱਗ-ਅਲੱਗ ਸੀ ਜ਼ਮੀਨ, ਕਿਉਂਕਿ ਜ਼ਮੀਨ ਜਿਹੜੀ ਹੈ ਉਹਦੀ ਪ੍ਰੋਡਕਟਿਵਿਟੀ ਵਿੱਚ ਫਰਕ ਹੁੰਦਾ। ਇਸ ਲਈ ਸਾਰੇ ਦੇਸ਼ ਦੇ ਵਿੱਚ ਤੁਸੀਂ ਬੁੱਕ 'ਚ ਇਹ ਡਾਟਾ ਦੇਖ ਸਕਦੇ ਹੋ, ਤੁਹਾਡੇ ਗਿਵਨ ਹੈ ਜਿਹੜਾ PDF ਤੁਹਾਨੂੰ ਭੇਜਿਆ ਗਿਆ ਉਹਦੇ ਵਿੱਚ। ਇਹਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਵਿੱਚ ਅਲੱਗ-ਅਲੱਗ ਸੀਲਿੰਗ ਫਿਕਸ ਕੀਤੀ ਗਈ ਸੀ। ਜਿਵੇਂ ਪੰਜਾਬ 'ਚ 7 ਤੋਂ 20 ਕਿੱਲੇ, ਰਾਜਸਥਾਨ 'ਚ 7.5 ਤੋਂ 70 ਕਿੱਲੇ, ਇਸ ਤਰੀਕੇ ਦੇ ਨਾਲ ਜਿਹੜੇ ਨੇ ਸੀਲਿੰਗ ਫਿਕਸ ਕੀਤੀ ਗਈ ਜ਼ਮੀਨ ਦੀ ਕਿ ਉਹ ਹਰ ਕਿਸਾਨ ਕੋਲ ਕਿੰਨੀ ਮੈਕਸੀਮਮ ਜ਼ਮੀਨ ਹੋ ਸਕਦੀ ਹੈ, ਤੇ ਜਿੰਨੀ ਉਸ ਤੋਂ ਵੱਧ ਜ਼ਮੀਨ ਹੋਏਗੀ ਕਿਸਾਨ ਨੂੰ ਸਰਕਾਰ ਨੂੰ ਵੇਚਣੀ ਪਏਗੀ। ਸੋ ਇਹ ਦੂਸਰਾ ਸੁਧਾਰ ਸੀ। ਇਸ ਤੋਂ ਇਲਾਵਾ ਇਹ ਨਹੀਂ ਕਿ ਵੀ ਹਰ ਤਰ੍ਹਾਂ ਦੇ ਕਿਸਾਨ, ਹਰ ਤਰ੍ਹਾਂ ਦੀ ਲੈਂਡ ਹੋਲਡਿੰਗ ਜਿਹੜੀ ਹੈ ਇਹਦੇ ਵਿੱਚ ਆਉਂਦੀ ਸੀ ਕਿ ਸਾਰਿਆਂ ਨੂੰ ਹੀ ਇਹੀ ਕਿਹਾ ਗਿਆ ਕਿ ਤੁਹਾਡੇ ਤੋਂ ਇਸ ਲੈਵਲ ਤੋਂ ਵੱਧ ਜ਼ਮੀਨ ਨਹੀਂ ਹੋਣੀ ਚਾਹੀਦੀ। ਕੁਝ ਕੁ ਚੀਜ਼ਾਂ ਸੀਗੀਆਂ, ਕੁਝ ਕੁ ਏਰੀਆਜ਼ ਸੀਗੇ ਜਿਨ੍ਹਾਂ ਦੇ ਉੱਤੇ ਇਹ ਲਾਅ ਲਾਗੂ ਨਹੀਂ ਸੀ ਹੁੰਦਾ ਸੀਲਿੰਗ ਦਾ। ਉਹ ਸੀਗਾ ਜਿਵੇਂ ਜਿਨ੍ਹਾਂ ਦੇ ਟੀ ਦੇ, ਕਾਫੀ ਦੇ ਜਾਂ ਰਬੜ ਦੇ ਪਲਾਂਟੇਸ਼ਨਸ ਨੇ, ਬਾਗ ਨੇ, ਔਰਕਿਡ ਜਿਨ੍ਹਾਂ ਦੇ ਫੁੱਲਾਂ ਦੀ ਬਾਗ ਨੇ, ਬਗੀਚੇ ਨੇ, ਜਾਂ ਜਿਨ੍ਹਾਂ ਦੀ ਜਿਹੜੇ ਸ਼ੂਗਰ ਕੇਨ ਦਾ ਕੰਮ ਕਰਦੇ ਨੇ, ਜਾਂ ਜਿਹੜੇ ਕੈਟਲ ਐਂਡ ਸ਼ੀਪ ਰੀਅਰਿੰਗ ਦਾ ਕੰਮ ਕਰਦੇ ਨੇ, ਪਸ਼ੂ ਪਾਲਣ ਦਾ ਕੰਮ ਕਰਦੇ ਨੇ, ਉਹਨਾਂ ਦੇ ਲਈ ਇਹ ਲਿਮਿਟ ਜਿਹੜੀ ਹੈ ਇਸ ਲੈਵਲ ਤੱਕ ਨਹੀਂ ਸੀ। ਸੋ ਜਿਹੜੀ ਚੈਰਿਟੀ ਟਰਸਟ ਦੀ ਜ਼ਮੀਨ ਸੀਗੀ ਉਹਨਾਂ ਦੇ ਉੱਤੇ ਵੀ ਇਹ ਸੀਲਿੰਗ ਜਿਹੜੀ ਹੈ ਗਵਰਨਮੈਂਟ ਦੇ ਵੱਲੋਂ ਨਹੀਂ ਰੱਖੇਗੀ। ਇਸਦਾ ਖਾਸ ਰੱਖਣ ਦਾ ਕਾਰਨ ਇਹ ਸੀਗਾ ਕਿ ਜਿਹੜੀ ਇਨਇਕੁਐਲਿਟੀ ਹੈ ਉਹਦੇ ਵਿੱਚ ਰਿਡਕਸ਼ਨ ਕੀਤੀ ਜਾ ਸਕੇ, ਅਮੀਰ ਤੇ ਗਰੀਬ ਦਾ ਜਿਹੜਾ ਹੈ ਉਹ ਖਾਤਮਾ ਕੀਤਾ ਜਾ ਸਕੇ, ਵੀ ਅੰਤ ਕੀਤਾ ਜਾਏ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ। ਤੇ ਇਸ ਤਰੀਕੇ ਦੇ ਨਾਲ ਜਿਹੜੀ ਇਕਨੋਮਿਕ ਸਾਈਜ਼ ਆਫ ਹੋਲਡਿੰਗ ਜਿਹੜੀ ਹੈ ਉਹ ਜ਼ਿਆਦਾਤਰ ਇਕੁਅਲ ਹੋਵੇ, ਜਿਹੜੀ ਕਿ ਸੁਬਰਾਮਨੀਅਮ ਜਿਹੜੇ ਕਿ ਪਲੈਨਿੰਗ ਮਿਨਿਸਟਰ ਸੀਗੇ ਉਹਨਾਂ ਦੀ ਹਿਦਾਇਤ ਦੇ ਉੱਤੇ ਸੀਗੇ ਕਿ ਇੱਕ ਬਹੁਤ ਵੱਡੀ ਟੈਕਨੀਕ ਹੋਏਗੀ ਐਗਰੀਕਲਚਰ ਸੈਕਟਰ ਦੇ ਵਿੱਚ ਇੰਪਰੂਵਮੈਂਟ ਕਰਨ ਦੇ ਲਈ। ਕਲਾਸ ਸਟਰਗਲ ਵੀ ਇਸ ਨਾਲ ਦੂਰ ਹੋ ਸਕਦਾ ਹੈ ਤੇ ਲੈਂਡਲੈਸ ਲੇਬਰ ਨੂੰ ਜਿਹੜੀ ਹੈ ਇਸ ਫਿਕਸਿੰਗ ਦੇ ਨਾਲ, ਜਿਹੜਾ ਉਹਨਾਂ ਦੇ ਨਾਲ ਛੂਆ-ਛੂਤ ਦਾ ਬਿਹੇਵੀਅਰ ਕੀਤਾ ਜਾਂਦਾ ਹੈ, ਉਹ ਦੂਰ ਕੀਤਾ ਜਾ ਸਕਦਾ ਹੈ। ਅਗਲਾ ਜਿਹੜਾ ਕੀ ਕੀਤਾ ਸੀਗਾ, ਪਹਿਲੇ ਕੀ ਹੁੰਦਾ ਸੀ, ਇਹ ਤਾਂ 3 ਸੁਧਾਰ ਹੋ ਗਏ। ਇਹਦੇ ਵਿੱਚ ਆਪਾਂ ਗੱਲ ਕਰਤਾ ਕਿ ਹੱਦਬੰਦੀ ਕਰ ਦਿੱਤੀ। ਸੀਲਿੰਗ ਹੁੰਦੀ ਹੈ, ਸੀਲਿੰਗ ਦਾ ਮਤਲਬ ਹੁੰਦਾ ਮੈਕਸਿਮਮ ਲਿਮਿਟ ਜਿਹੜੀ ਹੈ ਉਹ ਰੱਖ ਦਿੱਤੀ। ਸੀਲ ਨੂੰ ਆਪਾਂ ਕਹਿੰਦੇ ਆ ਛੱਤ, ਹਨਾ, ਸੀਲਿੰਗ ਛੱਤ ਨੂੰ ਕਹਿੰਦੇ ਆ, ਮਤਲਬ ਕਿ ਮੈਕਸਿਮਮ ਛੱਤ ਰੱਖ ਦਿੱਤੀ ਕਿ ਵੀ ਇਸ ਤੋਂ ਵੱਧ ਜਿਹੜੀ ਹੈ ਜ਼ਮੀਨ ਨਹੀਂ ਹੋਣੀ ਚਾਹੀਦੀ। ਇਸ ਤੋਂ ਬਾਅਦ ਗਏ ਸੀਗਾ ਇੱਕ ਪ੍ਰੋਬਲਮ ਸੀਗੀ ਫਰੈਗਮੈਂਟੇਸ਼ਨ ਆਫ ਲੈਂਡ ਹੋਲਡਿੰਗ, ਮਤਲਬ ਕਿ ਜਿਵੇਂ ਕਿ ਮੰਨ ਲਓ ਇੱਕ ਕਿਸਾਨ ਤੋਂ 5 ਕਿੱਲੇ ਜ਼ਮੀਨ ਹੈ, 2.5 ਕਿੱਲੇ ਜ਼ਮੀਨ ਉਸਦੇ ਪਿੰਡ ਦੇ ਵਿੱਚ ਹੈ, 2.5 ਕਿੱਲੇ ਜ਼ਮੀਨ ਉਸਦੀ ਪਿੰਡ ਤੋਂ 5 ਕਿਲੋਮੀਟਰ ਦੂਰ ਹੈ। ਸੋ ਕਿਸਾਨ ਨੂੰ ਇਹ ਰਾਈਟ ਦਿੱਤਾ ਗਿਆ ਕਿ ਉਹ ਆਪਣੀ 5 ਕਿੱਲੇ ਜ਼ਮੀਨ ਇੱਕ ਜਗ੍ਹਾ ਦੇ ਉੱਤੇ ਖਰੀਦ ਸਕਦਾ ਹੈ। ਇਸ ਨੂੰ ਬੋਲਦੇ ਨੇ ਕੰਸੋਲੀਡੇਸ਼ਨ ਆਫ ਲੈਂਡ ਹੋਲਡਿੰਗ। ਕਿਉਂ, ਇਸ ਦਾ ਕੀ ਕਾਰਨ ਹੈ, ਤੁਹਾਨੂੰ ਆਪ ਨੂੰ ਹੀ ਪਤਾ ਹੈ ਕਿ ਜੇ ਉਸਦੀ 2.5 ਕਿੱਲੇ ਇੱਥੇ ਹੋਏਗੀ, 2.5 ਕਿੱਲੇ ਉੱਥੇ ਹੋਏਗੀ, ਤਾਂ ਉਹ ਦੋਨੋਂ ਜਗ੍ਹਾ ਦੇ ਉੱਤੇ ਟਰੈਵਲ ਵੀ ਕਰੇਗਾ, ਕੇਅਰ ਵੀ ਨਹੀਂ ਕਰ ਸਕਦਾ ਫਾਰਮ ਦੀ। ਇੱਥੇ ਕਰਨ ਦੇ ਲਈ ਜਾਂ ਤਾਂ ਉਸਨੂੰ ਦਿਨ ਰਾਤ ਪੂਰਾ ਲੱਗ ਜਾਏਗਾ, ਜਾਂ ਉਸਨੂੰ 2 ਬੰਦਿਆਂ ਦੀ ਜ਼ਰੂਰਤ ਪਏਗੀ। ਇੱਕ ਜਗ੍ਹਾ ਦੇ ਉੱਤੇ, ਪਿੰਡ ਵਾਲੀ ਜਗ੍ਹਾ ਦੇ ਉੱਤੇ ਉਹ ਆਪ ਦੇਖੇਗਾ, ਦੂਜੀ ਜਗ੍ਹਾ ਦੇ ਉੱਤੇ ਉਸਨੂੰ ਕਿਸੇ ਹੋਰ ਨੂੰ ਹਾਇਰ ਕਰਨਾ ਪਏਗਾ।
ਸੋ ਗਵਰਨਮੈਂਟ ਨੇ ਕੰਸੋਲੀਡੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਤਰੀਕਾ ਅਪਣਾਇਆ ਜਾਏ ਕਿ ਕਿਸੇ ਤਰੀਕੇ ਦੇ ਨਾਲ ਕਿਸਾਨ ਜਿਹੜਾ ਹੈ ਉਸ ਦੀ ਜ਼ਮੀਨ ਇੱਕੋ ਜਗ੍ਹਾ ਦੇ ਉੱਤੇ ਹੋ ਸਕੇ। ਸੋ ਇਸ ਦੇ ਲਈ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਕੋਆਪਰੇਟਿਵ ਸੁਸਾਇਟੀਜ਼ ਵੀ ਬਣਾਈਆਂ ਗਈਆਂ, ਸਟੇਟਸ ਦੇ ਵਿੱਚ ਕੋਆਪਰੇਟਿਵ ਸੁਸਾਇਟੀਜ਼ ਵੀ ਬਣਾਈਆਂ ਗਈਆਂ, ਅਲੱਗ-ਅਲੱਗ ਐਕਟ ਵੀ ਪਾਸ ਕੀਤੇ ਗਏ ਕਿਉਂਕਿ ਜਲਦੀ ਕਿਸਾਨ ਵੀ ਹਰ ਤਰ੍ਹਾਂ ਦਾ ਕਿਸਾਨ ਇਹ ਕਰਨ ਨੂੰ ਤਿਆਰ ਨਹੀਂ ਸੀ। ਕੰਪਲਸਰੀ ਕੰਸੋਲੀਡੇਸ਼ਨ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਪਾਰਸ਼ਲ ਮਤਲਬ ਕਿ ਕੁਝ ਹੱਦ ਤੱਕ ਕੰਸੋਲੀਡੇਸ਼ਨ ਮਤਲਬ ਕਿ 2/3 ਹਿੱਸਾ ਜਾਂ 3/4 ਹਿੱਸਾ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ 1947-48 ਦੇ ਵਿੱਚ ਐਕਟ ਵੀ ਬਣਾਏ ਗਏ ਕਿ ਪੂਰੀ ਤਰ੍ਹਾਂ ਹੀ ਜ਼ਮੀਨ ਨੂੰ ਕੰਸੋਲੀਡੇਟ ਕੀਤਾ ਜਾਵੇ। ਕੰਸੋਲੀਡੇਟ ਕਰਨ ਦਾ ਫਾਇਦਾ ਇਹ ਹੋ ਜਾਂਦਾ ਹੈ ਕਿ ਜਦੋਂ ਜ਼ਮੀਨ ਦਾ ਸਾਈਜ਼ ਵੱਡਾ ਹੋ ਜਾਂਦਾ ਹੈ, ਇੱਕੋ ਜਗ੍ਹਾ ਤੇ ਹੋ ਜਾਂਦਾ ਹੈ, ਕਿਸਾਨ ਨੂੰ ਸੁਪਰਵਾਈਜ਼ ਕਰਨੀ ਵੀ ਸੌਖੀ ਹੁੰਦੀ ਹੈ, ਬਾਉਂਡਰੀਜ਼ ਵੀ ਬੰਨੀਆਂ ਜਾਂਦੀਆਂ ਨੇ, ਮਾਰਕੀਟਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇੱਕੋ ਜਗ੍ਹਾ ਤੋਂ ਸਾਰਾ ਸਰਪਲਸ ਜਾਣਾ ਹੈ, ਤੇ ਲਾਰਜ ਸਕੇਲ ਫਾਰਮਿੰਗ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਦੋਂ ਇੱਕੋ ਜਗ੍ਹਾ ਦੇ ਉੱਤੇ ਹੋਵੇ। ਤੁਸੀਂ ਇਹ ਮਾਈਕਰੋ ਇਕਨੋਮਿਕਸ ਆਲਰੇਡੀ ਪੜ੍ਹਦੇ ਹੁੰਦੇ ਹੋ ਤੇ ਰਿਕਾਰਡ ਵੀ ਬਣਾਉਣਾ ਜਿਹੜਾ ਹੈ ਉਹ ਸੌਖਾ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਜਿਹੜਾ ਹੁਣ ਐਟ ਪ੍ਰੈਜ਼ੈਂਟ ਮੁਹਿੰਮ ਚੱਲ ਰਹੀ ਹੈ ਉਹ ਹੈ ਕੋਆਪਰੇਟਿਵ ਫਾਰਮਿੰਗ ਦੀ। ਕੋਆਪਰੇਟਿਵ ਫਾਰਮਿੰਗ ਜਿਹੜੀ ਹੈ ਉਸਦੇ ਵਿੱਚ ਇਹ ਚੀਜ਼ ਕੀਤੀ ਜਾਂਦੀ ਹੈ ਕਿ ਫਾਰਮਰ ਜਿਹੜੇ ਨੇ ਉਹਨਾਂ ਦੀ ਜ਼ਮੀਨ ਅਲੱਗ-ਅਲੱਗ ਹੁੰਦੀ ਹੈ, ਆਪਣੀ ਹੁੰਦੀ ਹੈ, ਪਰ ਸਿਰਫ ਪ੍ਰੋਡਕਸ਼ਨ ਕਰਨ ਦੇ ਲਈ ਤੇ ਮਾਰਕੀਟਿੰਗ ਕਰਨ ਦੇ ਲਈ, ਦੈਟ ਇਜ਼ ਕਿ ਇਹਦੇ ਵਿੱਚ ਕੀ ਹੁੰਦਾ ਕਿ ਓਨਰਸ਼ਿਪ ਜਿਹੜੀ ਹੈ, ਰਾਈਟ ਜਿਹੜੇ ਆ ਕਿਸਾਨਾਂ ਦੇ ਆਪਦੇ ਹੀ ਹੁੰਦੇ ਆ, ਪਰ ਉਹ ਪ੍ਰੋਡਕਸ਼ਨ ਕਰਨ ਲਈ ਤੇ ਮਾਰਕੀਟਿੰਗ ਕਰਨ ਦੇ ਲਈ ਉਹ ਇਕੱਠੇ ਹੋ ਜਾਂਦੇ ਆ ਤਾਂ ਕਿ ਪ੍ਰੋਡਕਸ਼ਨ ਦੀ ਕੋਸਟ ਜਿਹੜੀ ਹੈ, ਮਾਰਕੀਟਿੰਗ ਦੀ ਕੋਸਟ ਜਿਹੜੀ ਆ ਉਹ ਘੱਟ ਹੋ ਸਕੇ। ਸੋ ਇਹ ਅੱਜ ਕੱਲ੍ਹ ਦੇ ਫਾਰਮਰਸ ਜਿਹੜੇ ਨੇ ਆਧੁਨਿਕ ਟੈਕਨੀਕ ਹੈ ਜਿਹੜੀ ਕਿ ਫਾਰਮਰਸ ਅਡੋਪਟ ਕਰਦੇ ਨੇ। ਪਰ ਲੈਂਡ ਰਿਫਾਰਮਸ ਜਿਹੜੇ ਨੇ ਆਲ ਓਵਰ ਇੰਡੀਆ ਦੇ ਵਿੱਚ ਜਿਹੜੇ ਨੇ ਉਹ ਪੂਰੀ ਤਰ੍ਹਾਂ ਇਹਨਾਂ ਦੀ ਡੀਮੈਰਿਟ ਹੈ ਕਿ ਪੂਰੀ ਤਰ੍ਹਾਂ ਇਫੈਕਟਿਵਲੀ ਇੰਪਲੀਮੈਂਟ ਨਹੀਂ ਹੋਏ। ਕਿਹਾ ਜਾਂਦਾ ਕਿ ਸਿਰਫ ਆਂਧਰਾ ਪ੍ਰਦੇਸ਼ ਇੱਕ ਇਹੋ ਜਿਹੀ ਸਟੇਟ ਸੀ ਜਿੱਥੇ ਲੈਂਡ ਰਿਫਾਰਮਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਆਦਾਤਰ ਲੈਂਡ ਰਿਫਾਰਮਸ ਜਿਹੜੇ ਨੇ ਚੰਗੀ ਤਰ੍ਹਾਂ ਇੰਪਲੀਮੈਂਟ ਨਹੀਂ ਕੀਤੇ ਗਏ। ਜੇ ਆਪਾਂ ਗੱਲ ਕਰੀਏ ਕਿ ਸੀਲਿੰਗ ਔਨ ਲੈਂਡ ਹੋਲਡਿੰਗ, ਤਾਂ ਹਜੇ ਵੀ ਬਹੁਤ ਸਾਰੇ ਫਾਰਮਰਸ ਨੇ ਜਿਨ੍ਹਾਂ ਦੇ ਕੋਲ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਹੈ ਤੇ ਕਈ ਫਾਰਮਰਸ ਹੈ ਜਿਨ੍ਹਾਂ ਕੋਲ 2-2 3-3 ਕਿੱਲੇ ਜ਼ਮੀਨ ਵੀ ਨਹੀਂ ਹੈ। ਜੇ ਜ਼ਮੀਂਦਾਰੀ ਸਿਸਟਮ ਵੀ ਦੇਖੀਏ ਕਿ ਜਿਹੜੇ ਵੱਡੇ ਜ਼ਮੀਂਦਾਰ ਸੀ ਉਹਨਾਂ ਤੋਂ ਸਾਰੀ ਦੀ ਸਾਰੀ ਜ਼ਮੀਨ ਲੈ ਲਿੱਤੀ ਗਈ, ਉਹ ਨਹੀਂ ਲਿੱਤੀ ਗਈ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹ ਜਾਂ ਤਾਂ ਕੋਰਟ ਵਿੱਚ ਚਲੇ ਗਏ ਜਾਂ ਫਿਰ ਉਹਨਾਂ ਨੂੰ ਇੰਨਾ ਵੱਡਾ ਟਾਈਮ ਦਿੱਤਾ ਗਿਆ, 10 ਤੋਂ 30 ਸਾਲ ਦਾ ਟਾਈਮ ਦਿੱਤਾ ਗਿਆ ਹੈ ਨਾ, ਜਿਹਦੇ ਵਿੱਚ ਉਹਨਾਂ ਨੇ ਲਾ ਦੇ ਕੁਝ ਹੋਰ ਤਰੀਕੇ ਦੇ ਨਾਲ ਉਹਨਾਂ ਨੇ ਸਿਸਟਮ 'ਚ ਜੁਗਾੜ ਲਾਣੇ ਸ਼ੁਰੂ ਕਰਤੇ। ਕਈ ਵਾਰ ਇਹ ਵੀ ਚੀਜ਼ ਹੋਇਆ ਕਿ ਜ਼ਮੀਂਦਾਰਾਂ ਨੇ ਆਪਣੇ ਨੌਕਰਾਂ ਦੇ ਨਾਮ ਦੇ ਉੱਤੇ, ਗਊਸ਼ਾਲਾ ਦੇ ਨਾਮ ਦੇ ਉੱਤੇ ਜ਼ਮੀਨਾਂ ਕਰ ਦਿੱਤੀਆਂ ਜਾਣਬੁੱਝ ਕੇ ਕਿ ਕਾਗਜ਼ੀ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਤੋਂ ਹਟਾ ਦਿੱਤੀਆਂ ਗਈਆਂ, ਆਪਣੇ ਨੌਕਰਾਂ ਦੇ ਨਾਮ ਤੇ ਕਰ ਦਿੱਤੀਆਂ ਗਈਆਂ, ਜਾਂ ਉਹਨਾਂ ਨੇ ਗਊਸ਼ਾਲਾ ਦੇ ਨਾਮ ਤੇ ਕਰ ਦਿੱਤੀ ਗਈ ਤਾਂ ਕਿ ਉਹਨਾਂ ਦੇ ਨਾਮ ਦੇ ਉੱਤੇ ਜ਼ਮੀਨ ਵੱਜੇ ਹੀ ਨਾ ਤੇ ਉਹਨਾਂ ਤੋਂ ਜ਼ਮੀਨ ਨਾ ਜਾ ਸਕੇ। ਇਸ ਦੇ ਨਾਲ ਹੀ ਸਟੇਟ ਗਵਰਨਮੈਂਟਸ ਦੀ ਵੀ ਪੋਲੀਟੀਕਲ ਵਿਲ ਜਿਹੜੀ ਸੀ ਉਸ ਤਰੀਕੇ ਨਾਲ ਨਹੀਂ ਦੇਖਣ ਨੂੰ ਮਿਲੀ ਜਿਸ ਤਰੀਕੇ ਦੇ ਨਾਲ ਇਫੈਕਟਿਵਲੀ ਲੈਂਡ ਰਿਫਾਰਮਸ ਨੂੰ ਇੰਟਰੋਡਿਊਸ ਕਰਨਾ ਚਾਹੀਦਾ ਸੀਗਾ। ਕਿ ਗਵਰਨਮੈਂਟ ਦੀ, ਸਟੇਟ ਗਵਰਨਮੈਂਟਸ ਨੇ ਉਹਨੇ ਅੱਛੇ ਵੇ ਦੇ ਨਾਲ ਇਹ ਲੈਂਡ ਰਿਫਾਰਮਸ ਨੂੰ ਆਪਣੀਆਂ ਸਟੇਟਸ ਦੇ ਵਿੱਚ ਇੰਪਲੀਮੈਂਟ ਨਹੀਂ ਕੀਤਾ ਜਿਨ੍ਹਾਂ ਤਰੀਕਿਆਂ ਦੇ ਨਾਲ ਨਹੀਂ ਇਹਨੂੰ ਲਾਗੂ ਕੀਤਾ ਜਾ ਸਕਦਾ ਸੀ। ਫਾਰਮਰਸ ਨੂੰ ਵੀ ਪ੍ਰੋਪਰਲੀ ਨੌਲੇਜ ਨਹੀਂ ਸੀ, ਲੈਂਡਸ ਦੇ ਰਿਕਾਰਡਸ ਵੀ ਅਵੇਲੇਬਲ ਨਹੀਂ ਸੀਗੇ ਕਿਉਂਕਿ ਬ੍ਰਿਟਿਸ਼ ਰਾਜ ਦੇ ਵਿੱਚ ਕਈ ਇਹੋ ਜਿਹੇ ਲੋਕ ਸੀਗੇ ਜਿਹੜੇ ਅਨਪੜ੍ਹ ਸੀਗੇ, ਤਾਂ ਐਜੂਕੇਸ਼ਨ ਇੰਨੀ ਨਹੀਂ ਸੀ ਤੇ ਲਿਖਾ ਪੜ੍ਹਤ ਦਾ ਕੰਮ ਜਿਹੜੇ ਸੀ ਚੰਗੀ ਤਰ੍ਹਾਂ ਨਾਲ ਨਹੀਂ ਸੀ ਕੀਤੇ ਹੋਏ, ਜਿਹੜੇ ਕੀਤੇ ਹੋਏ ਸੀ ਜ਼ਮੀਂਦਾਰਾਂ ਨੇ ਉਹਨਾਂ ਨੂੰ ਠੱਗਿਆ ਹੋਇਆ ਸੀ। ਸੋ ਇਹੋ ਜਿਹੀਆਂ ਬੜੀਆਂ ਪ੍ਰੋਬਲਮਸ ਜਿਹੜੀਆਂ ਸੀ ਜਿਨ੍ਹਾਂ ਦੇ ਕਾਰਨ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਲੈਂਡ ਰਿਫਾਰਮਸ ਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਬੇਟਾ ਇਸ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਤੇ ਐਨੀ ਟਾਈਮ ਤੁਸੀਂ ਮੈਨੂੰ ਕੋਈ ਵੀ ਕੁਐਸਚਨ ਇਸ ਨਾਲ ਰਿਲੇਟਡ ਪੁੱਛ ਸਕਦੇ ਹੋ। ਥੈਂਕ ਯੂ।